ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਗੈਰ ਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦਾ ਰੁਝਾਨ ਜਾਰੀ। ਇਟਲੀ ਦੇ ਪੇਪਰਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਜ਼ੋਰਾਂ ਤੇ। सिडनी विच प्रधानमंत्री मोदी का ऐलान। भारत ब्रिस्बेन विच खोलेगा एक नवा कौंसलेट। जून तो कैनेडा के कई एयरपोर्ट्स उत्ते लागू होगा भरोसेयोग ट्रैवलर प्रोग्राम। अमेरिका च पेंटागन च धमाके की फर्जी तस्वीर ने पाया भड़थू। अमेरिका च पंजाबी मुटियार ते लगे शराब पी के गड्डी चलाउण दे दोष। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਨੇਡਾ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਮਨੁੱਖੀ ਤਸਕਰ ਆਪਣੀਆਂ ਜੇਬਾਂ ਭਰਨ ਦੇ ਵਿੱਚ ਕਾਮਯਾਬ ਹੋ ਰਹੇ ਹਨ। ਕੈਨੇਡਾ ਦੇ ਟੋਰਾਂਟੋ ਅਤੇ ਮੌਂਟਰੀਅਲ 'ਚ ਬੈਠੇ ਮਨੁੱਖੀ ਤਸਕਰ ਸਥਾਨਕ ਲੋਕਾਂ ਨੂੰ ਵਰਤ ਕੇ ਆਪਣਾ ਧੰਦਾ ਚਲਾ ਰਹੇ ਨੇ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਵੱਲੋਂ ਪਿਛਲੇ ਸਾਲ 1,09,535 ਪ੍ਰਵਾਸੀਆਂ ਨੂੰ ਰੋਕਿਆ ਗਿਆ, जबकि इस बार यह अंकड़ा 6 महीने 84,000 तो टपदा नजर आ रहा है। ओंटारियो का कॉर्नवाल और क्यूबैक का अक्वेजन इलाका वासियों के सरहद पार करने वास्ते ढुकवियां थावां ਮੰਨੀਆਂ ਜਾਂਦੀਆਂ ਨੇ ਅਤੇ ਸੰਭਾਵਿਤ ਤੌਰ ਤੇ ਮਨੁੱਖੀ ਤਸਕਰਾਂ ਵੱਲੋਂ ਇਸ ਕੰਮ ਦੇ ਵਿੱਚ ਸਥਾਨਕ ਲੋਕਾਂ ਦੀ ਮਦਦ ਵੀ ਲਈ ਜਾਂਦੀ ਹੈ। ਕਿਊਬੈਕ ਦਾ ਰੌਕਸਮ ਰੋਡ ਲਾਂਘਾ ਬੰਦ ਹੋਣ ਦੇ ਬਾਵਜੂਦ ਨਜਾਇਜ਼ ਪ੍ਰਵਾਸ ਵਿੱਚ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਅਤੇ ਅਮਰੀਕਾ ਜਾਣ ਦੇ ਇੱਛੁਕ ਲੋਕ ਆਪਣੀ ਜਾਨ ਖਤਰੇ 'ਚ ਪਾਉਣ ਤੋਂ ਵੀ ਪਿੱਛੇ ਨਹੀਂ ਹਟ ਰਹੇ। ਦੱਸਣਯੋਗ ਹੈ ਕਿ ਇਸ ਗੈਰ ਕਾਨੂੰਨੀ ਬਾਰਡਰ ਕ੍ਰਾਸਿੰਗ ਦੌਰਾਨ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਨੇ। ਹਾਲ ਹੀ ਵਿੱਚ ਕੁਝ ਸਮਾਂ ਪਹਿਲਾਂ ਇੱਕ ਗੁਜਰਾਤੀ ਮੂਲ ਦੇ ਕੁਝ ਪਰਿਵਾਰ ਵੀ ਇਸ ਹਾਦਸੇ ਦਾ ਸ਼ਿਕਾਰ ਹੋਏ ਸਨ। ਇਹ ਖਬਰ ਉਹਨਾਂ ਲੋਕਾਂ ਲਈ ਖਾਸ ਹੈ ਜਿਹੜੇ ਇਹ ਕਹਿੰਦੇ ਨੇ ਕਿ ਯੂਰੋਪੀਅਨ ਦੇਸ਼ਾਂ 'ਚ ਭ੍ਰਿਸ਼ਟਾਚਾਰ ਜਾਂ ਗੈਰ ਕਾਨੂੰਨੀ ਕੰਮ ਨਹੀਂ ਹੁੰਦੇ। ਇੱਥੇ ਜੇਕਰ ਇਟਲੀ ਦੀ ਗੱਲ ਕੀਤੀ ਜਾਏ ਤਾਂ ਯੂਰੋਪ ਭਰ ਵਿੱਚੋਂ ਇਟਲੀ ਭ੍ਰਿਸ਼ਟਾਚਾਰ 'ਚ ਪਹਿਲੇ ਨੰਬਰ ਤੇ ਵੀ ਮੰਨਿਆ ਜਾ ਸਕਦਾ ਹੈ। ਇਸ ਕਾਰਵਾਈ ਦੀਆਂ ਅਨੇਕਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ, ਜਿਸ ਦੀ ਇੱਕ ਉਦਾਹਰਣ ਇਹ ਹੈ ਕਿ ਇਟਲੀ ਦੇ ਪੇਪਰਾਂ ਸੰਬੰਧੀ ਜਿਹੜੇ ਕਿ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਅੱਜਕੱਲ ਹੱਡੀ ਹੰਢਾ ਰਹੇ ਨੇ। बीते करीब 2 साल तो इटली ਦੇ निकल रहे पेपर ਉਹ ਚਾਹੇ परिवार ਦੇ ਨੇ ਜਾਂ ਫਿਰ ਕਾਮਿਆਂ ਦੇ। ਜਦੋਂ ਪੇਪਰ ਦਿੱਲੀ ਸਥਿਤ ਇਟਾਲੀਅਨ ਅੰਬੈਸੀ 'ਚ ਜਮ੍ਹਾਂ ਕਰਵਾਉਣੇ ਹੁੰਦੇ ਨੇ ਤਾਂ ਉਸ ਦੇ ਲਈ ਇੱਕ ਨਿਰਧਾਰਤ ਤਾਰੀਖ ਲੈਣੀ ਪੈਂਦੀ ਹੈ। ਤਾਰੀਖ ਲੈਣ ਦੀ ਪ੍ਰਕਿਰਿਆ ਚਾਹੇ ਕਰੋਨਾ ਕਾਲ ਵਿੱਚ ਸ਼ੁਰੂ ਹੋਈ ਸੀ, ਪਰ ਹੁਣ ਤੱਕ ਵੀ ਇਹ ਕਾਰਵਾਈ ਜਾਰੀ ਹੈ। ਬਿਨਾਂ ਨਿਰਧਾਰਤ ਤਾਰੀਖ ਲਏ ਤੁਸੀਂ ਅੰਬੈਸੀ ਜਾਣਾ ਤਾਂ ਕਿ ਉੱਥੇ ਦਾਖਲ ਵੀ ਨਹੀਂ ਹੋ ਸਕਦੇ। ਬੀਤੇ ਸਮੇਂ ਦੇ ਵਿੱਚ ਕਰੋਨਾ ਦੇ ਮੱਦੇਨਜ਼ਰ ਦੇਸ਼ ਵਿਦੇਸ਼ ਵਿੱਚ ਕਿਸੇ ਵੀ ਜਨਤਕ ਦਫ਼ਤਰ 'ਚ ਜਾਣ ਦੇ ਲਈ ਜੋ ਵੀ ਸ਼ਰਤਾਂ ਸਰਕਾਰਾਂ ਵੱਲੋਂ ਰੱਖੀਆਂ ਗਈਆਂ ਨੇ ਉਹ ਲਗਭਗ ਖਤਮ ਹੋ ਚੁੱਕੀਆਂ ਨੇ, ਪਰ ਇਟਾਲੀਅਨ ਅੰਬੈਸੀ ਦੇ ਅਧਿਕਾਰੀਆਂ ਨੂੰ ਹੁਣ ਵੀ ਡਰ ਲੱਗ ਰਿਹਾ ਹੈ ਕਿ ਕਿਤੇ ਕਰੋਨਾ ਉਹਨਾਂ ਨੂੰ ਫੜ ਨਾ ਲਏ। ਇਸ ਲਈ ਉਹ ਲੋਕਾਂ ਨੂੰ ਬਿਨਾਂ ਨਿਰਧਾਰਿਤ ਤਾਰੀਖ ਲਏ ਅੰਬੈਸੀ ਦਾਖਲ ਹੋਣ ਨਹੀਂ ਦਿੰਦੇ। ਇਹ ਪੱਖ ਸੀ ਇਟਲੀ ਦੀ ਦਿੱਲੀ ਸਥਿਤ ਇਟਾਲੀਅਨ ਅੰਬੈਸੀ ਦਾ। ਪਰ ਅਸੀਂ ਆਪਣੇ ਸੁਣਨ ਵਾਲਿਆਂ ਲਈ ਇਸ ਉਲਝੇ ਤਾਣੇ ਬਣਨ ਦਾ ਦੂਜਾ ਪੱਖ ਵੀ ਦੱਸਦੇ ਹਾਂ, ਜਿਸ ਨੂੰ ਜਾਣ ਕੇ ਉਹਨਾਂ ਲੋਕਾਂ ਨੂੰ ਹੈਰਾਨੀ ਹੋਏਗੀ ਜਿਨ੍ਹਾਂ ਦਾ ਇਟਲੀ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਇਟਲੀ ਦੇ ਪੇਪਰਾਂ ਨੂੰ ਦਿੱਲੀ ਸਥਿਤ ਇਟਾਲੀਅਨ ਅੰਬੈਸੀ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਪੰਜਾਬ ਦੇ ਕੁਝ ਠੱਗ ਜਿਹੇ ਏਜੰਟ ਇਟਲੀ ਜਾਂ ਭਾਰਤ ਦੇ ਮਜਬੂਰ ਅਤੇ ਬੇਵਸ ਲੋਕਾਂ ਤੋਂ 20,000 ਰੁਪਏ ਤੋਂ 1.5 ਲੱਖ ਰੁਪਏ ਤੱਕ ਵਸੂਲ ਰਹੇ ਨੇ, ਜਿਨ੍ਹਾਂ ਨੂੰ ਮਰਦੀ ਕੀ ਨਾ ਕਰਦੀ ਲੋਕ ਕਹਾਵਤ ਵਾਂਗਰ ਲੋਕਾਂ ਨੂੰ ਦੇਣੇ ਪੈ ਰਹੇ ਨੇ। ਤਾਰੀਖ ਵੀ ਉਹਨਾਂ ਨੂੰ 1 ਮਹੀਨੇ ਬਾਅਦ ਹੀ ਮਿਲਦੀ ਹੈ। ਇਹ ਪੇਪਰ ਚਾਹੇ ਪਰਿਵਾਰ ਦੇ ਨੇ ਜਾਂ ਕੰਮ ਦੇ, ਏਜੰਟਾਂ ਨੇ ਇੱਕ ਹੀ ਟੋਕਾ ਰੱਖਿਆ ਹੈ ਜਿਸ ਨਾਲ ਉਹ ਸਭ ਨੂੰ ਟੁੱਕੀ ਜਾਂਦੇ ਨੇ ਤੇ ਇਸ ਗੋਰਖ ਧੰਦੇ ਦੇ ਵਿੱਚ ਬਰਾਬਰ ਸ਼ਰੀਕ ਹੈ ਇਟਾਲੀਅਨ ਅੰਬੈਸੀ ਦੇ ਅਧਿਕਾਰੀ, ਜਿਹੜੇ ਕਿ ਆਨਲਾਈਨ ਤਾਰੀਖ ਸੌਖੇ ਢੰਗ ਨਾਲ ਨਹੀਂ ਦਿੰਦੇ। ਇੱਕ ਨਿੱਜੀ ਅਖਬਾਰ ਦੇ ਵਿੱਚ ਛਪੀ ਇਸ ਖਬਰ ਦੇ ਮੁਤਾਬਕ ਇਹ ਲੋਕ ਆਪਸ ਵਿੱਚ ਰਲ ਮਿਲ ਕੇ ਲਾਚਾਰ ਲੋਕਾਂ ਦਾ ਦੋਵੇਂ ਹੱਥੀ शोषण कर रहे ने, जिस लिए हुण तक कोई भी शख्स बोलना नहीं चाहता, सगों पतली गली विचों अपना काम करवा के निकलण दे विच पुण्य दा काम समझता है। अनेकां अजिहे लोग ने जिन्हां नूं इटालीअन अंबैसी ने पेपर जमा करवाउण दे लई समय सिर तारीख नहीं दित्ती, जिस कारण वो विचारे 84 दे गेड़ विच फस जांदे ने ते दोबारा इटली तो हज़ारां खर्चा कर पेपर रीन्यू करवा के मंगवाउंदे ने,
क्योंकि ਜਦੋਂ ਇਟਲੀ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੇਪਰ ਦਿੱਤਾ ਜਾਂਦਾ ਹੈ ਤਾਂ ਉਸ ਦੀ ਮਿਆਦ 6 ਮਹੀਨੇ ਤੱਕ ਮੰਨੀ ਜਾਂਦੀ ਹੈ। ਉਂਝ ਤਾਂ ਇਹ ਗੋਰਖ ਧੰਦਾ ਕਈ ਮਹੀਨਿਆਂ ਤੋਂ ਨਿਰੰਤਰ ਚੱਲ ਰਿਹਾ, ਪਰ ਹੁਣ ਫਿਰ ਇਟਲੀ ਦੇ ਸੀਜ਼ਨ ਕੰਮ ਵਾਲੇ ਨਿਕਲੇ ਪੇਪਰਾਂ ਨੂੰ ਲੈ ਕੇ ਲੋਕ ਤਰਲੋ ਮੱਛੀ ਹੁੰਦੇ ਦੇਖੇ ਜਾ ਰਹੇ ਨੇ। ਨਿਕਲੇ ਪੇਪਰਾਂ ਵਾਲਾ ਸ਼ਖਸ ਪਹਿਲੇ ਦੇ ਆਧਾਰ ਤੇ ਦਿੱਲੀ ਐਮਬੈਸੀ ਪੇਪਰ ਜਮ੍ਹਾਂ ਕਰਵਾਉਣ ਦੇ ਲਈ ਕੋਈ ਵੀ ਸਮਝੌਤਾ ਕਰਨ ਦੇ ਵਿੱਚ ਇਹ ਨਹੀਂ ਸੋਚਦਾ ਕਿ ਉਸ ਦੀ ਲੁੱਟ ਹੋ ਰਹੀ ਹੈ। ਉਸ ਦਾ ਜਨੂਨ ਹੁੰਦਾ ਹੈ ਜਲਦ ਇਟਲੀ ਪਹੁੰਚਣਾ, ਉਸ ਲਈ ਫਿਰ ਚਾਹੇ ਉਸ ਨੂੰ ਉੱਥੇ ਪਹਿਲਾਂ 10 ਲੱਖ ਰੁਪਏ ਲਗਾਏ ਹੁੰਦੇ ਨੇ, ਲੱਖਾਂ ਨਾਲ ਫਰਕ ਨਹੀਂ ਪੈਂਦਾ। ਠੱਗ ਏਜੰਟ ਬਸ ਇਸ ਜਨੂਨ ਨੂੰ ਇਸ ਹੱਦ ਤੱਕ ਹਵਾ ਦੇ ਦਿੰਦੇ ਨੇ ਕਿ ਬਹੁਤੇ ਲੋਕਾਂ ਨੂੰ ਤਾਂ ਹੋਈ ਲੁੱਟ ਦਾ ਇਟਲੀ ਆ ਕੇ ਉਦੋਂ ਪਤਾ ਲੱਗਦਾ ਹੈ ਜਦੋਂ ਵਿਚਾਰੇ ਕੰਮ ਨਾ ਮਿਲਣ ਕਾਰਨ ਇਟਲੀ ਦੇ ਹਾਲਾਤਾਂ ਦੇ ਧੱਕੇ ਚੜ੍ਹਦੇ ਨੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਵੀਜ਼ਾ ਲਗਵਾ ਕੇ ਇਟਲੀ ਜਾਂਦੇ ਨੇ ਉਹ ਇਸ ਚੱਕਰਵਿਊਹ ਤੋਂ ਛੁੱਟਦੇ ਨਹੀਂ, ਸਗੋਂ ਫਿਰ ਇਟਲੀ ਆ ਕੇ ਵੀ ਉਹਨਾਂ ਨੂੰ ਪੇਪਰ ਜਮ੍ਹਾਂ ਕਰਵਾਉਣ ਦੇ ਲਈ 200 ਯੂਰੋ ਤੋਂ ਲੈ ਕੇ 700 ਯੂਰੋ ਤੱਕ ਦੇਣੇ ਪੈ ਰਹੇ ਨੇ। ਰਾਜਧਾਨੀ ਰੋਮ ਦੇ ਇਮੀਗ੍ਰੇਸ਼ਨ ਵਿਭਾਗ ਤੋਂ ਜਿਹੜੇ 2022 ਦੇ ਵਿੱਚ ਪੇਪਰ ਨਿਕਲੇ ਸੀ, ਉਹਨਾਂ ਕਾਮਿਆਂ ਨੇ ਪਹਿਲਾਂ ਦੇਸ਼ ਵਿੱਚ ਸ਼ੋਸ਼ਣ ਕਰਵਾਇਆ ਤੇ ਹੁਣ ਇਟਲੀ ਆ ਕੇ ਕਰਵਾਉਣ ਦੇ ਲਈ ਮਜਬੂਰ ਨੇ। 6 ਮਹੀਨੇ ਬੀਤੇ ਜਾਣ ਬਾਅਦ ਵੀ ਇਹਨਾਂ ਕਾਮਿਆਂ ਨੂੰ ਪੇਪਰ ਜਮ੍ਹਾਂ ਕਰਵਾਉਣ ਦੇ ਲਈ ਤਾਰੀਖ ਨਹੀਂ ਮਿਲ ਰਹੀ ਤੇ ਇਟਲੀ ਦਾ ਕੋਈ ਵੀ ਸਿਆਸੀ ਜਾਂ ਗੈਰ ਸਿਆਸੀ ਭਾਰਤੀ ਆਗੂ ਇਹਨਾਂ ਦਾ ਮੋਢਾ ਥੱਪ ਥਪਾਉਣ ਦੇ ਲਈ ਤਿਆਰ ਨਹੀਂ। ਸਭ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਦੇ ਕੁਡੋਸ ਬੈਂਕ ਐਰੀਨਾ ਵਿੱਚ ਭਾਰਤੀ ਮੂਲ ਦੇ 20,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਮਦਰ ਆਫ ਡੈਮੋਕ੍ਰੇਸੀ ਹੈ, ਸਾਡੇ ਲਈ ਪੂਰੀ ਦੁਨੀਆ ਇੱਕ ਪਰਿਵਾਰ ਹੈ। ਭਾਰਤ ਆਸਟ੍ਰੇਲੀਆ ਦਾ ਰਿਸ਼ਤਾ ਭਰੋਸੇ ਤੇ ਸਨਮਾਨ ਤੇ ਟਿਕਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਂ ਪਿਛਲੇ ਦੌਰੇ ਵਿੱਚ ਇਹ ਵਾਅਦਾ ਕੀਤਾ ਸੀਗਾ ਕਿ ਆਸਟ੍ਰੇਲੀਆ ਨੂੰ ਫਿਰ ਕਿਸੇ ਭਾਰਤੀ ਪੀਐਮ ਲਈ 28 ਸਾਲ ਇੰਤਜ਼ਾਰ ਨਹੀਂ ਕਰਨਾ ਪਏਗਾ। ਆਸਟ੍ਰੇਲੀਆ ਦੇ ਪੀਐਮ ਅਲਬਾਨੀਜ਼ ਨੇ ਮੋਦੀ ਦੀ ਤਾਰੀਫ ਕੀਤੀ। ਪੀਐਮ ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਕਈ ਅਹਿਮ ਐਲਾਨ ਕੀਤੇ ਨੇ। ਉਹਨਾਂ ਨੇ ਦੱਸਿਆ ਕਿ ਭਾਰਤ ਤੇ ਆਸਟ੍ਰੇਲੀਆ ਵਿੱਚ ਇੱਕ ਦੂਜੇ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ਤੇ ਗੱਲਬਾਤ ਅੱਗੇ ਵਧੀ ਹੈ। ਇਸ ਦਾ ਦੋਵੇਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ। ਬ੍ਰਿਸਬੇਨ ਦੇ ਵਿੱਚ ਭਾਰਤ ਦਾ ਨਵਾਂ ਕੌਂਸਲੇਟ ਖੋਲ੍ਹਿਆ ਜਾਏਗਾ। ਭਾਰਤੀ ਮੂਲ ਦੇ ਲੋਕਾਂ ਨੂੰ ਪੀਐਮ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ। ਤੁਸੀਂ ਉੱਥੇ ਭਾਰਤ ਦੇ ਅੰਬੈਸਡਰ ਹੋ। ਮੈਂ ਤੁਹਾਡੇ ਤੋਂ ਮੰਗ ਕਰ ਰਿਹਾ ਹਾਂ ਕਿ ਤੁਸੀਂ ਜਦੋਂ ਵੀ ਭਾਰਤ ਆਓ ਆਪਣੇ ਨਾਲ ਆਸਟ੍ਰੇਲੀਆਈ ਪਰਿਵਾਰਾਂ ਨੂੰ ਵੀ ਨਾਲ ਲੈ ਕੇ ਆਓ। ਦੇਸ਼ ਭਰ ਦੇ ਕਈ 에ਅਰਪੋਰਟਸ ਉੱਤੇ ਕੈਨੇਡਾ ਅਗਲੇ ਮਹੀਨੇ ਤੋਂ ਭਰੋਸੇਯੋਗ ਟਰੈਵਲਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ। ਇਸ ਦਾ ਖੁਲਾਸਾ ਫੈਡਰਲ ਟਰਾਂਸਪੋਰਟੇਸ਼ਨ ਮੰਤਰੀ ਨੇ ਮੰਗਲਵਾਰ ਨੂੰ ਕੀਤਾ। ਟਰਾਂਸਪੋਰਟ ਮੰਤਰੀ ਉਮਰ ਨੇ ਦੱਸਿਆ ਹੈ ਕਿ ਸਿਕਿਉਰਿਟੀ ਉੱਤੇ ਸਮਾਂ ਖਪਾਉਣ ਵਾਲੀ ਲੰਬੀ ਪ੍ਰਕਿਰਿਆ ਨੂੰ ਖਤਮ ਕਰਨ ਦੇ ਲਈ ਨੈਕਸਸ ਤੇ ਭਰੋਸੇਯੋਗ ਟਰੈਵਲਰ ਪ੍ਰੋਗਰਾਮ ਤੇਜ਼ੀ ਨਾਲ ਲਾਗੂ ਕੀਤਾ ਜਾਏਗਾ। ਇਹ ਪ੍ਰੋਗਰਾਮ ਟੋਰਾਂਟੋ, ਵੈਨਕੂਵਰ, ਕੈਲਗਰੀ, ਐਡਮਿੰਟਨ, ਵਿਨੀਪੈਗ ਤੇ ਮੌਂਟਰੀਅਲ ਵਿੱਚ 7 ਜੂਨ ਤੇ 21 ਜੂਨ ਦਰਮਿਆਨ ਲਾਗੂ ਕੀਤਾ ਜਾਏਗਾ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਉੱਤੇ ਅਲਗਬਰਾ ਵੱਲੋਂ ਇਹ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਨਵੇਂ ਪ੍ਰੋਗਰਾਮ ਤਹਿਤ ਟਰੈਵਲਰਸ ਆਪਣੇ ਕੈਰੀ ਔਨ ਵਿੱਚ ਲੈਪਟਾਪ, ਵੱਡੇ ਇਲੈਕਟ੍ਰੋਨਿਕ ਗੈਜਟਸ ਤੋਂ ਇਲਾਵਾ ਕੁਝ ਲਿਕੁਇਡਸ ਤੇ ਜੈਲਸ ਆਦਿ ਵੀ ਲਿਜਾ ਸਕਣਗੇ। ਅਮਰੀਕਾ ਦੇ ਰੱਖਿਆ ਮੰਤਰਾਲਾ ਵਿੱਚ ਧਮਾਕੇ ਦੀ ਜਾਲੀ ਤਸਵੀਰ ਨੇ ਸੋਮਵਾਰ ਨੂੰ ਹਲਚਲ ਪੈਦਾ ਕਰ ਦਿੱਤੀ ਅਤੇ ਸ਼ੇਅਰ ਬਾਜ਼ਾਰ ਗੋਤੇ ਖਾਣ ਲੱਗਾ। ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਪੈਂਟਾਗਨ ਦੇ ਵਿੱਚ ਧਮਾਕੇ ਦੀ ਤਸਵੀਰ ਨੂੰ ਟਵਿੱਟਰ ਦੇ ਕਈ ਤਸਦੀਕਸ਼ੁਦਾ ਖਾਤਿਆਂ ਰਾਹੀਂ ਸ਼ੇਅਰ ਕੀਤਾ ਗਿਆ, ਜਿਸ ਕਰਕੇ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋਇਆ। ਪਰ ਬਾਅਦ ਵਿੱਚ ਪੁਲਿਸ ਨੇ ਸਪਸ਼ਟ ਕਰ ਦਿੱਤਾ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਬਾਅਦ ਵਿੱਚ ਟਵਿੱਟਰ ਨੇ ਧਮਾਕੇ ਵਾਲੀ ਤਸਵੀਰ ਸਾਂਝੀ ਕਰਨ ਵਾਲਾ ਖਾਤਾ ਮੁਅੱਤਲ ਕਰ ਦਿੱਤਾ, ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਖਾਤਾ ਕੌਣ ਚਲਾ ਰਿਹਾ ਸੀ ਅਤੇ ਇਹ ਤਸਵੀਰ ਦੁਨੀਆ ਦੇ ਕਿਹੜੇ ਕੋਨੇ ਤੋਂ ਅਪਲੋਡ ਕੀਤੀ ਗਈ। ਅਮਰੀਕਾ ਵਿੱਚ ਪੰਜਾਬੀ ਮੁਟਿਆਰ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹਾਦਸੇ ਦੌਰਾਨ 5 ਜਾਣਿਆਂ ਨੂੰ ਜ਼ਖਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ। 21 ਸਾਲ ਦੀ ਦਿਲਮੀਤ ਕੌਰ ਹਾਦਸੇ ਦੌਰਾਨ ਖੁਦ ਵੀ ਜ਼ਖਮੀ ਹੋ ਗਈ, ਜਿਸ ਨੂੰ ਪੁਲਿਸ ਵਾਲਿਆਂ ਨੇ ਆ ਕੇ ਗੱਡੀ ਵਿੱਚੋਂ ਕੱਢਿਆ। ਨਾਸਾ ਕਾਉਂਟੀ ਦੀ ਪੁਲਿਸ ਨੇ ਦੱਸਿਆ ਕਿ ਫਲੋਰਲ ਪਾਰਕ ਇਲਾਕੇ ਦੀ ਵਸਨੀਕ ਦਿਲਮੀਤ ਕੌਰ ਆਪਣੀ BMW X3 ਵਿੱਚ ਲੇਕਵੈਲ ਰੋਡ ਉਤੇ ਜਾ ਰਹੀ ਸੀ ਜਦੋਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਗੱਡੀ ਨੂੰ ਟੱਕਰ ਮਾਰ ਦਿੱਤੀ।
ਅਮਰੀਕਾ ਕੰਮਕਾਜ ਨੂੰ ਲੈ ਕੇ ਮਾਰਕੀਟ ਦਾ ਰੁਝਾਨ ਬਦਲ ਰਿਹਾ ਹੈ। ਵਕੀਲਾਂ ਤੋਂ ਲੈ ਕੇ ਅਖਬਾਰਾਂ ਦੇ ਕਾਲਮ ਨਵੀਸ ਤੱਕ ਹਰ ਕੋਈ ਦਫ਼ਤਰ ਦੀ ਸਾਰਥਕਤਾ ਤੇ ਮੁੜ ਵਿਚਾਰ ਕਰਨ ਦੇ ਲਈ ਮਜਬੂਰ ਹੈ। ਉਸ ਨੂੰ ਇਹ ਵੀ ਚਿੰਤਾ ਹੈ ਕਿ ਕਿਤੇ ਵਾਈਟ ਕਾਲਰ ਨੌਕਰੀਆਂ ਨਾ ਵੱਧ ਜਾਏ। ਸਰਕਾਰ ਮਹਿਸੂਸ ਕਰਦੀ ਹੈ ਕਿ ਇਸ ਸਮੱਸਿਆ ਦੇ ਨਾਲ ਨਜਿੱਠਣ ਦਾ ਇੱਕੋ ਇੱਕ ਤਰੀਕਾ ਹੈ ਬੇਰੁਜ਼ਗਾਰੀ ਬੀਮਾ ਪ੍ਰਣਾਲੀ ਵਿੱਚ ਵਾਪਸ ਜਾਣਾ। ਬੇਰੁਜ਼ਗਾਰੀ ਬੀਮੇ ਦਾ ਡਿਜ਼ਾਈਨ ਇੱਕ ਅਰਥ ਵਿੱਚ ਪ੍ਰਭਾਵਸ਼ਾਲੀ ਹੈ। ਇਹ ਪ੍ਰਣਾਲੀ ਮਹਾਮੰਦੀ ਭਾਵ 1935 ਵਿੱਚ ਸ਼ੁਰੂ ਹੋਈ ਸੀ। ਉਸ ਸਮੇਂ ਅਮਰੀਕਾ ਦੇ ਵਿੱਚ ਬੇਰੁਜ਼ਗਾਰੀ ਦਰ 25% ਦੇ ਪੱਧਰ ਤੱਕ ਪਹੁੰਚ ਗਈ ਸੀ। ਸਰਕਾਰੀ ਅਧਿਕਾਰੀ ਇਸ ਨਤੀਜੇ ਉੱਤੇ ਪਹੁੰਚੇ ਨੇ ਕਿ ਬਿਨਾਂ ਨੌਕਰੀ ਦੇ ਸਾਰਿਆਂ ਨੂੰ ਉਹਨਾਂ ਦੀ ਜ਼ਰੂਰਤ ਦਾ ਪੈਸਾ ਨਹੀਂ ਦੇ ਸਕਦੇ। ਇਸ ਨਤੀਜੇ ਤੋਂ ਬਾਅਦ ਸਰਕਾਰ ਨੇ ਕੁਝ ਬਦਲਾਅ ਕੀਤੇ ਨੇ। ਕੰਪਨੀਆਂ ਨੂੰ ਘੱਟ ਛਾਂਟੀ ਕਰਨ ਦੇ ਲਈ ਕਿਹਾ ਗਿਆ। ਇਸ ਨਿਯਮ ਨੂੰ ਯਕੀਨੀ ਬਣਾਉਣ ਦੇ ਲਈ ਸਰਕਾਰ ਨੇ ਐਕਸਪੀਰੀਅੰਸ ਰੇਟਡ ਪੋਰਲ ਟੈਕਸ ਲਗਾ ਦਿੱਤਾ। ਇਸ ਦਾ ਸਿੱਧਾ ਮਤਲਬ ਇਹ ਸੀਗਾ ਕਿ ਜਿਹੜੀ ਕੰਪਨੀ ਜਿੰਨੀ ਜ਼ਿਆਦਾ ਮੁਲਾਜ਼ਮਾਂ ਦੀ ਛਾਂਟੀ ਕਰੇਗੀ ਉਸ ਕੰਪਨੀ ਉੱਤੇ ਜ਼ਿਆਦਾ ਟੈਕਸ ਲੱਗੇਗਾ। ਇਸ ਨਿਯਮ ਦਾ ਇਹ ਅਸਰ ਹੋਇਆ ਕਿ ਇਸ ਦਾ ਲਾਭ ਕੇਵਲ ਉਹਨਾਂ ਮੁਲਾਜ਼ਮਾਂ ਨੂੰ ਹੀ ਮਿਲਿਆ ਜਿਨ੍ਹਾਂ ਦੀ ਨੌਕਰੀ ਨਹੀਂ ਗਈ ਸੀ। ਇਸ ਨਿਯਮ ਦਾ ਅਸਰ ਵੀ ਕੇਵਲ ਕੁਝ ਸਮਾਂ ਹੀ ਰਹੇਗਾ। ਮੌਜੂਦਾ ਹਾਲਾਤ 1935 ਵਰਗੇ ਨਹੀਂ ਹਨ। ਨਵੇਂ ਯੁੱਗ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਨਵੀਂ ਕਿਸਮ ਦੀ ਹੈ। ਵੱਧਦੇ ਆਟੋਮੇਸ਼ਨ ਦੇ ਦੌਰ ਵਿੱਚ ਲੋਕ ਜੌਬਲੈਸ ਤੇ ਨਹੀਂ ਕਰੀਅਰ ਲਾਸ ਦੇ ਸ਼ਿਕਾਰ ਹੋ ਰਹੇ ਨੇ। ਨੌਕਰੀਆਂ ਤਾਂ ਹੁਣ ਵੀ ਨੇ ਪਰ ਮੰਗ ਮੁਤਾਬਕ ਤਜਰਬੇ ਦੀ ਘਾਟ ਹੈ। ਵੱਖ-ਵੱਖ ਪੱਧਰਾਂ ਵਾਲੀ ਨਵੀਨਤਾਕਾਰੀ ਬੇਰੁਜ਼ਗਾਰੀ ਬੀਮਾ ਪ੍ਰਣਾਲੀ ਸਾਰਿਆਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਕਰਮਚਾਰੀਆਂ, ਕੰਪਨੀਆਂ ਜਾਂ ਸੰਸਥਾਵਾਂ, ਸੁਤੰਤਰ ਠੇਕੇਦਾਰਾਂ ਤੇ ਉਹਨਾਂ ਦੀ ਮਦਦ ਦੇ ਨਾਲ ਕੰਮ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਲਾਭ ਹੋਏਗਾ। ਨੌਕਰੀ ਛੱਡਣ ਤੋਂ ਬਾਅਦ ਰੋਜ਼ੀ ਰੋਟੀ ਲਈ ਫੌਰੀ ਸੰਘਰਸ਼ ਨਹੀਂ ਕਰਨਾ ਪਏਗਾ, ਸਗੋਂ ਵਿਹਲੇ ਬੈਠਣ ਦੀ ਵੀ ਲੋੜ ਨਹੀਂ ਪਏਗੀ। ਨੌਕਰੀ ਲੱਭਦੇ ਰਹਿਣਾ ਪਏਗਾ। ਲੋੜ ਪੈਣ ਤੇ ਕੰਪਨੀਆਂ ਵੀ ਸਹੀ ਹੁਨਰ ਹਾਸਲ ਕਰ ਸਕਣਗੀਆਂ। ਇਸ ਦੇ ਲਈ ਹਰੇਕ ਨੂੰ ਇਸ ਵਿੱਚ ਯੋਗਦਾਨ ਪਾਉਣ ਦੀ ਲੋੜ ਹੋਏਗੀ। ਅਮਰੀਕਾ ਦੇ ਜਾਰਜੀਆ ਰਾਜ ਵਿੱਚ ਪੁਲਿਸ ਵੱਲੋਂ ਤਕਰੀਬਨ 4 ਸਾਲ ਪਹਿਲਾਂ ਪਲਾਸਟਿਕ ਦੇ ਲਿਫਾਫੇ ਵਿੱਚ ਬੰਦ ਜੰਗਲੀ ਖੇਤਰ ਵਿੱਚੋਂ ਬਰਾਮਦ ਕੀਤੀ ਨਵਜੰਮੀ ਬੱਚੀ ਦਾ ਮਾਮਲਾ ਹੱਲ ਕਰਨ ਦਾ ਦਾਅਵਾ ਕਰਨ ਦੀ ਖਬਰ ਹੈ। ਪੁਲਿਸ ਨੇ ਬੱਚੀ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਸੰਬੰਧੀ ਫੋਰਸਿਥ ਕਾਉਂਟੀ ਦੇ ਸ਼ੈਰਿਫ ਰੌਨ ਨੇ ਕਿਹਾ ਕਿ ਭਾਰਤੀ ਮੂਲ ਦੀ 40 ਸਾਲਾ ਕਰੀਮਾ ਜ਼ਿਵਾਨੀ ਨੂੰ ਕਤਲ ਦੀ ਕੋਸ਼ਿਸ਼, ਬੱਚਿਆਂ ਪ੍ਰਤੀ ਨਿਰਦਈਪੁਣਾ ਵਰਤਣ ਤੇ ਹੋਰ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਫਰੀਮੈਨ ਨੇ ਕਿਹਾ ਕਿ ਡੀਐਨਏ ਰਾਹੀਂ ਕਰੀਮਾ ਜ਼ਿਵਾਨੀ ਦੀ ਬੱਚੀ ਦੀ ਜੈਵਿਕ ਮਾਂ ਵਜੋਂ ਪਛਾਣ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ 10 ਮਹੀਨੇ ਪਹਿਲਾਂ ਬੱਚੀ ਦੇ ਪਿਤਾ ਦੀ ਡੀਐਨਏ ਰਾਹੀਂ ਪਛਾਣ ਕੀਤੀ ਗਈ ਸੀ। ਉਸ ਤੋਂ ਬਾਅਦ ਜ਼ਿਵਾਨੀ ਤੋਂ ਪੁੱਛਗਿੱਛ ਕੀਤੀ ਗਈ। ਬੱਚੀ ਦੇ ਪਿਤਾ, ਜਿਸ ਦਾ ਨਾਂ ਖੁਲਾਸਾ ਪੁਲਿਸ ਨੇ ਨਹੀਂ ਕੀਤਾ, ਵਿਰੁੱਧ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ। ਵੇਰਵਿਆਂ ਦੇ ਅਨੁਸਾਰ 6 ਜੂਨ 2019 ਨੂੰ ਕਮਿੰਗ ਸ਼ਹਿਰ ਤੋਂ ਇੱਕ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਨੇ ਤਾਂ ਉਸਦੇ ਬੱਚਿਆਂ ਨੇ ਸਥਾਨਕ ਡੇਵਸ ਕ੍ਰੀਕ ਰੋਡ ਦੇ 1900 ਬਲਾਕ ਨੇੜੇ ਜੰਗਲ ਵਿੱਚ ਕਿਸੇ ਬੱਚੇ ਦੀ ਚਲਾਉਣ ਦੀ ਆਵਾਜ਼ ਸੁਣੀ। ਡਿਪਟੀ ਟੈਰੀ ਰੋਪਰ ਨੇ ਮੌਕੇ ਤੇ ਪੁੱਜ ਕੇ ਝਾੜੀਆਂ ਵਿੱਚੋਂ ਇੱਕ ਪਲਾਸਟਿਕ ਦੇ ਲਿਫਾਫੇ 'ਚੋਂ ਬੰਦ ਨਵਜੰਮੀ ਬੱਚੀ ਨੂੰ ਬਰਾਮਦ ਕਰਕੇ ਤੁਰੰਤ ਇੱਕ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਹਸਪਤਾਲ ਦੇ ਸਟਾਫ ਨੇ ਇਸ ਬੱਚੀ ਦਾ ਨਾਮ ਬੇਬੀ ਇੰਡੀਆ ਰੱਖਿਆ। ਫਰੀਮੈਨ ਨੇ ਕਿਹਾ ਕਿ ਇਹ ਬੱਚੀ ਹੁਣ 4 ਸਾਲ ਦੀ ਹੈ ਤੇ ਬਿਲਕੁਲ ਤੰਦਰੁਸਤ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗੌਰਸੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਅਤੇ ਹੁਨਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਵਿੱਚ ਕੋਈ 5G, 6G ਅਤੇ 7G ਨਹੀਂ, ਕੇਵਲ ਮੋਦੀ ਜੀ ਨੇ। ਐਰਿਕ ਗੌਰਸੇਟੀ ਨੇ ਮੋਦੀ ਸਰਕਾਰ ਦੀਆਂ ਜਨਤਕ ਅਤੇ ਨਿੱਜੀ ਖੇਤਰ ਦੀਆਂ ਨੀਤੀਆਂ ਦੀ ਸ਼ਲਾਘਾ ਕੀਤੀ, ਜੋ ਉਹਨਾਂ ਦੇ ਅਨੁਸਾਰ ਦੇਸ਼ ਦੇ ਮੌਜੂਦਾ ਵਿਕਾਸ ਦੀ ਸਪਸ਼ਟ ਪਰਿਭਾਸ਼ਾ ਹੈ। ਅਮਰੀਕਾ ਦੇ ਰਾਜਦੂਤ ਨੇ ਕਿਹਾ ਕਿ ਭਾਰਤ ਸ਼ਾਨਦਾਰ ਹੱਥਾਂ ਦੇ ਵਿੱਚ ਹੈ। ਤੁਹਾਡੀ ਲੀਡਰਸ਼ਿਪ ਦੇ ਨਾਲ ਤੁਸੀਂ ਅਤੇ ਇਹ ਪ੍ਰਸ਼ਾਸਨ ਜਨਤਕ ਖੇਤਰ ਅਤੇ ਨਿੱਜੀ ਖੇਤਰ ਦੇ ਨਾਲ ਅਤੇ ਉਸ ਭਾਈਚਾਰਕ ਪਹਿਲੂ ਦੇ ਨਾਲ ਲਾਗੂ ਕੀਤੀਆਂ ਗਈਆਂ ਪਰਿਵਰਤਨਸ਼ੀਲ ਨੀਤੀਆਂ ਦੇ ਨਾਲ ਜੋ ਹਰ ਚੀਜ਼ ਨੂੰ ਪਰਿਭਾਸ਼ਿਤ ਕਰਦਾ ਹੈ, ਜੋ ਹਿੱਸਾ ਹੈ ਇਸ ਸਮੇਂ ਭਾਰਤ ਦੇ ਉਭਾਰ ਦਾ ਹੈ। ਗੁਰਸੇਟੀ ਨੇ ਕਿਹਾ ਕਿ 5G ਸੰਯੁਕਤ ਰਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਭਾਰਤ ਨੇ ਭਵਿੱਖ ਲਈ ਇੱਕ ਲਚਕੀਲਾ ਅਰਥਚਾਰਾ ਬਣਾਉਣ ਦੇ ਲਈ ਸਾਂਝੇ ਯਤਨਾਂ ਨੂੰ ਸਾਂਝਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇੱਕ ਖੁੱਲੀ, ਪਹੁੰਚਯੋਗ ਅਤੇ ਸੁਰੱਖਿਅਤ ਟੈਕਨੋਲੋਜੀ ਇਕੋਸਿਸਟਮ ਨੂੰ ਉਤਸ਼ਾਹਿਤ ਕਰਨ ਦੇ ਲਈ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਸਾਡੇ ਸਾਂਝੇ ਫੈਸਲਿਆਂ ਨੂੰ ਚਲਾਉਂਦੀਆਂ ਨੇ। ਅੱਜ ਦੀ ਵਰਕਸ਼ਾਪ ਵਰਗੀਆਂ ਘਟਨਾਵਾਂ ਸਾਨੂੰ ਆਪਸੇ ਵਿਸ਼ਵਾਸ ਅਤੇ ਵਿਸ਼ਵਾਸ ਪੈਦਾ ਕਰਨ ਦਿੰਦੀਆਂ ਨੇ, ਜਿਸ ਨਾਲ ਅਸੀਂ ਵਿਚਾਰਾਂ ਨੂੰ ਅਮਲ ਵਿੱਚ ਬਦਲ ਸਕਦੇ ਹਾਂ। ਪੀਐਮ ਮੋਦੀ ਦੇ ਅਮਰੀਕਾ ਦੇ ਆਗਾਮੀ ਦੌਰੇ ਤੇ ਬੋਲਦੇ ਹੋਏ ਉਹਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਟੈਕਨੋਲੋਜੀ ਸਹਿਯੋਗ ਬਾਰੇ ਗੱਲ ਕੀਤੀ। ਗੌਰਸੇਟੀ ਨੇ ਕਿਹਾ, ਸਾਡੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਗਲੇ ਮਹੀਨੇ ਪ੍ਰਧਾਨ ਮੰਤਰੀ ਦੀ ਵਾਸ਼ਿੰਗਟਨ ਡੀਸੀ ਰਾਜ ਦੀ ਫੇਰੀ ਲਈ ਤਿਆਰੀ ਕਰ ਰਹੇ ਨੇ।
ਨਾਜ਼ੁਕ ਉੱਭਰ ਰਹੀਆਂ ਟੈਕਨੋਲੋਜੀਆਂ ਦੇ ਆਲੇ ਦੁਆਲੇ ਸਹਿਯੋਗ ਨੂੰ ਡੂੰਘਾ ਕਰ ਰਹੇ ਨੇ। ਇਹ ਟੈਕਨੋਲੋਜੀ ਹੈ ਜੋ ਜੋੜਦੀ ਹੈ, ਸੁਰੱਖਿਆ ਕਰਦੀ ਹੈ ਅਤੇ ਲੱਭਦੀ ਹੈ। ਅਸੀਂ ਜਾਣਦੇ ਹਾਂ ਕਿ ਇਸ ਦੀ ਰੀੜ੍ਹ ਦੀ ਹੱਡੀ 5G ਹੈ। ਗੌਰਸੇਟੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਨੇ ਜੋ ਮੰਨਦੀਆਂ ਨੇ ਕਿ ਟੈਕਨੋਲੋਜੀ ਕੇਵਲ ਤੇਜ਼ ਰਫ਼ਤਾਰ ਜਾਂ ਬਿਹਤਰ ਕਨੈਕਟੀਵਿਟੀ ਬਾਰੇ ਹੀ ਨਹੀਂ, ਸਗੋਂ ਇਹ ਤਰੱਕੀ ਅਤੇ ਵਿਕਾਸ ਦਾ ਪ੍ਰਤੀਬਿੰਬ ਹੈ। ਅੱਜ ਵੀ ਇਸ ਡਿਜੀਟਲ ਯੁੱਗ ਵਿੱਚ 2.6 ਬਿਲੀਅਨ ਲੋਕਾਂ ਲਈ ਦੁਨੀਆ ਭਰ ਵਿੱਚ ਟੈਕਨੋਲੋਜੀ ਅਤੇ ਸੰਪਰਕ ਦੀ ਘਾਟ ਵਿਸ਼ਵ ਵਿਆਪੀ ਸ਼ਰਮ ਦੀ ਗੱਲ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਨੇ ਕਿਹਾ ਕਿ 5G ਅਤੇ 6G ਦੇ ਇਸ ਯੁੱਗ ਵਿੱਚ ਤੁਹਾਡੇ ਕੋਲ ਧਰਤੀ ਦੇ ਇਸ ਤਰ੍ਹਾਂ ਦੇ ਨੰਬਰ ਨਹੀਂ ਹੋ ਸਕਦੇ ਨੇ ਅਤੇ ਟੈਕਨੋਲੋਜੀ ਨੂੰ ਕਿਵੇਂ ਲਗਾਇਆ ਜਾਂਦਾ ਹੈ, ਇਸ ਬਾਰੇ ਵੀ ਬਹੁਤ ਬੁਰੀ ਤਰ੍ਹਾਂ ਬੋਲਿਆ ਜਾਂਦਾ ਹੈ। एक 18 ਸਾਲਾ ਲੜਕੀ ਦੀ ਹਿੰਮਤ ਤੇ ਸਿਆਣਪ ਦੀ ਕਹਾਣੀ ਇੰਨੀ ਦਿਨੀ ਚਰਚਾ 'ਚ ਹੈ। ਇਸ ਲੜਕੀ ਦੇ ਕੋਲ ਕਦੇ ਪੈਸੇ ਦੀ ਕਮੀ ਸੀ, ਇਸ ਲਈ ਉਹ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ। ਉੱਥੇ ਇਸ ਦੀ ਡਿਊਟੀ ਬਰਤਨ ਧੋਣ ਵਿੱਚ ਲੱਗੀ ਹੋਈ ਸੀ, ਪਰ ਹੁਣ ਉਹਨੇ ਉਹੀ ਰੈਸਟੋਰੈਂਟ ਖਰੀਦ ਲਿਆ। ਇਹ ਕਹਾਣੀ ਫਿਲਮੀ ਲੱਗਦੀ ਹੈ ਪਰ ਇਹ ਸੱਚ ਹੈ। ਅਮਰੀਕਾ ਦੇ ਓਯੋ ਦੀ ਰਹਿਣ ਵਾਲੀ 18 ਸਾਲਾ ਜਿਹੜੀ ਇਹ ਲੜਕੀ ਹੈ ਰੈਸਟੋਰੈਂਟ ਵਿੱਚ ਬਰਤਨ ਧੋਣ ਦਾ ਕੰਮ ਕਰਦੀ ਸੀ। और CNBC ਦੇ ਨਾਲ ਗੱਲ ਕਰਦੇ ਹੋਏ ਸਮੰਥਾ ਨੇ ਕਿਹਾ, ਜਦੋਂ ਮੈਂ ਹਾਈ ਸਕੂਲ ਖਤਮ ਕੀਤਾ ਮੈਂ ਕਾਲਜ ਜਾਣ ਦਾ ਫੈਸਲਾ ਕੀਤਾ ਅਤੇ ਵਾਤਾਵਰਣ ਇੰਜੀਨੀਅਰਿੰਗ ਵਿੱਚ ਦਾਖਲਾ ਲਿਆ। ਇਸ ਤੋਂ ਪਹਿਲਾਂ ਕਿਸੇ ਨਾ ਕਿਸੇ ਕਾਰੋਬਾਰ ਦਾ ਖਿਆਲ ਵੀ ਮਨ ਵਿੱਚ ਸੀ। ਸਰਦੀਆਂ ਦੀਆਂ ਛੁੱਟੀਆਂ ਦੌਰਾਨ ਰਸੋਲੀ ਵਿੱਚ ਇੱਕ ਰੈਸਟੋਰੈਂਟ 'ਚ ਭਾਂਡੇ ਧੋਣ ਦਾ ਕੰਮ ਮਿਲਿਆ। ਸਮੰਥਾ ਨੇ ਦੱਸਿਆ ਕਿ ਇਸ ਦੌਰਾਨ ਪਤਾ ਲੱਗਾ ਕਿ ਰੈਸਟੋਰੈਂਟ ਦਾ ਮਾਲਕ ਇਸ ਨੂੰ ਵੇਚਣਾ ਚਾਹੁੰਦਾ ਹੈ। ਉਹ ਡੀਲਰਾਂ ਨਾਲ ਗੱਲਬਾਤ ਕਰ ਰਿਹਾ। ਫਿਰ ਮੈਂ ਸੋਚਿਆ ਕਿਉਂ ਨਾ ਇਸ ਨੂੰ ਖਰੀਦ ਲਿਆ ਜਾਏ। ਪੈਸੇ ਦੀ ਜਿੰਨੀ ਲੋੜ ਸੀ ਉਹਨੇ ਨਹੀਂ ਸੀ, ਪਰ ਕਿਉਂਕਿ ਮੈਂ ਲੰਬੇ ਸਮੇਂ ਤੋਂ ਕਾਲਜ ਵਿੱਚ ਫੰਡ ਬਚਾ ਰਹੀ ਸੀ, ਕੁਝ ਪੈਸਾ ਇਕੱਠਾ ਹੋ ਗਿਆ ਸੀ, ਮੈਂ ਇਸ ਪੈਸੇ ਨਾਲ ਡਾਊਨ ਪੇਮੈਂਟ ਕੀਤੀ। ਹੁਣ ਉਹ ਸਭ ਤੋਂ ਘੱਟ ਉਮਰ ਦੀ ਅਮਰੀਕਾ 'ਚ ਇਸ ਜਗ੍ਹਾ ਦੀ ਰੈਸਟੋਰੈਂਟ ਮਾਲਕ ਬਣ ਗਈ ਹੈ। ਉਸਨੇ ਕਿਹਾ, ਜੇਕਰ ਮੈਂ 6 ਮਹੀਨੇ ਪਹਿਲਾਂ ਆਪਣੇ ਮਾਲਕ ਨੂੰ ਕਿਹਾ ਹੁੰਦਾ ਕਿ ਮੈਂ ਇਸ ਨੂੰ ਖਰੀਦਣਾ ਚਾਹੁੰਦੀ ਹਾਂ ਤਾਂ ਸ਼ਾਇਦ ਉਹ ਮੈਨੂੰ ਪਾਗਲ ਕਹਿੰਦਾ, ਪਰ ਹੁਣ ਜ਼ੋਖਿਮ ਮੁੱਲ ਲੈ ਲਿਆ ਹੈ। ਇਸ ਲਈ ਅੱਗੇ ਕੀ ਹੋਏਗਾ ਇਹ ਦੇਖਣਾ ਬਾਕੀ ਹੈ। ਦੁਨੀਆ ਭਰ ਵਿੱਚ ਪਿਛਲੇ 50 ਸਾਲਾਂ ਦੌਰਾਨ ਗੰਭੀਰ ਮੌਸਮ ਸੰਬੰਧੀ ਕਰੀਬ 12,000 ਘਟਨਾਵਾਂ ਵਾਪਰੀਆਂ ਨੇ, ਜਿਸ ਦੇ ਨਤੀਜੇ ਵਜੋਂ 20 ਲੱਖ ਤੋਂ ਵੱਧ ਮੌਤਾਂ ਹੋਈਆਂ, 4300 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੋਇਆ। ਸੰਯੁਕਤ ਰਾਸ਼ਟਰ ਦੀ ਮੌਸਮ ਵਿਗਿਆਨ ਏਜੰਸੀ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਇਹ ਅੰਕੜੇ ਅਜਿਹੇ ਸਮੇਂ ਜਾਰੀ ਕੀਤੇ ਨੇ ਜਦੋਂ ਇਸ ਦੇ ਮੈਂਬਰ ਦੇਸ਼ਾਂ ਦੀ 4 ਸਾਲਾਂ 'ਚ ਇੱਕ ਵਾਰ ਹੋਣ ਵਾਲੀ ਕਾਂਗਰਸ ਦੀ ਬੈਠਕ ਸ਼ੁਰੂ ਹੋ ਰਹੀ ਹੈ। ਬੈਠਕ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ 2027 ਤੱਕ ਮੌਸਮ ਸੰਬੰਧੀ ਗੰਭੀਰ ਘਟਨਾਵਾਂ ਲਈ ਚੇਤਾਵਨੀ ਪ੍ਰਣਾਲੀ 'ਚ ਸੁਧਾਰ ਕਰਨ ਦੇ ਲਈ ਹੋਰ ਯਤਨ ਕੀਤੇ ਜਾਣ ਦੀ ਲੋੜ ਹੈ। ਜਿਨੇਵਾ ਸਥਿਤ ਏਜੰਸੀ ਨੇ ਵਾਰ-ਵਾਰ ਮਨੁੱਖ ਵੱਲੋਂ ਬਣਾਏ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਬਾਰੇ ਚੇਤਾਵਨੀ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਕਿ ਵੱਧ ਰਹੇ ਤਾਪਮਾਨ ਕਾਰਨ ਹੜ੍ਹ, ਤੂਫਾਨ, ਚੱਕਰਵਾਤ ਅਤੇ ਸੋਕੇ ਸਮੇਤ ਮੌਸਮ ਸੰਬੰਧੀ ਗੰਭੀਰ ਘਟਨਾਵਾਂ 'ਚ ਵਾਧਾ ਹੋਇਆ ਹੈ। WMO ਦਾ ਕਹਿਣਾ ਹੈ ਕਿ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੇ ਜਲਵਾਯੂ ਅਤੇ ਹਰ ਮੌਸਮ ਦੇ ਨਾਲ ਸੰਬੰਧਿਤ ਆਫਤਾਂ ਨਾਲ ਜੁੜੀਆਂ ਮੌਤਾਂ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ। WMO ਦੇ ਅਨੁਸਾਰ ਮੌਸਮ ਸੰਬੰਧੀ ਗੰਭੀਰ ਘਟਨਾਵਾਂ ਕਾਰਨ 1970 ਅਤੇ 2021 ਦੇ ਵਿਚਕਾਰ ਅਮਰੀਕਾ 'ਚ ਸਭ ਤੋਂ ਵੱਧ ਆਰਥਿਕ ਨੁਕਸਾਨ ਹੋਇਆ। ਇਨ੍ਹਾਂ ਘਟਨਾਵਾਂ ਨੇ ਅਮਰੀਕਾ 'ਚ ਕੁੱਲ 1700 ਅਰਬ ਡਾਲਰ ਦਾ ਨੁਕਸਾਨ ਕੀਤਾ, ਜਦੋਂ ਕਿ ਦੁਨੀਆ ਭਰ 'ਚ 10 ਵਿੱਚੋਂ 9 ਮੌਤਾਂ ਵਿਕਾਸਸ਼ੀਲ ਦੇਸ਼ਾਂ 'ਚ ਹੋਈਆਂ। WMO ਦੇ ਸਕੱਤਰ ਜਨਰਲ ਨੇ ਕਿਹਾ ਕਿ ਇਸ ਮਹੀਨੇ ਮਿਆਂਮਾਰ ਅਤੇ ਬੰਗਲਾਦੇਸ਼ ਵਿੱਚ ਆਏ ਚੱਕਰਵਾਤੀ ਤੂਫਾਨ ਮੋਖਾ ਨੇ ਇਹ ਦਿਖਾਇਆ ਕਿ ਕਿਵੇਂ ਸਭ ਤੋਂ ਕਮਜ਼ੋਰ ਲੋਕ ਮੌਸਮ, ਜਲਵਾਯੂ ਅਤੇ ਪਾਣੀ ਨਾਲ ਸੰਬੰਧਿਤ ਖਤਰਿਆਂ ਦਾ ਸ਼ਿਕਾਰ ਹੁੰਦੇ ਨੇ। ਪਟੇਰੀ ਤਲਾਸ਼ ਨੇ ਕਿਹਾ, ਪਿਛਲੇ ਸਮੇਂ ਦੇ ਵਿੱਚ ਮੌਸਮ ਸੰਬੰਧੀ ਗੰਭੀਰ ਘਟਨਾਵਾਂ ਕਾਰਨ ਮਿਆਂਮਾਰ ਅਤੇ ਬੰਗਲਾਦੇਸ਼ ਦੋਵੇਂ ਹੀ ਦੇਸ਼ਾਂ ਵਿੱਚ ਸੈਂਕੜੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁਰੂਆਤੀ ਚੇਤਾਵਨੀ ਅਤੇ ਆਫਤ ਪ੍ਰਬੰਧਨ ਲਈ ਧੰਨਵਾਦ। ਇਹ ਭਿਆਨਕ ਅੰਕੜੇ ਨੇ, ਹੁਣ ਇਤਿਹਾਸ ਬਣ ਚੁੱਕੇ ਨੇ। ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਲੋਕਾਂ ਦੀਆਂ ਜਾਨਾਂ ਬਚਾਉਂਦੀਆਂ ਨੇ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾਕਟਰ ਟੈਡਰੋਸ ਅਡਾਨੋਮ ਘੇਬਰੇਯਸ ਨੇ ਦੁਨੀਆ ਨੂੰ ਇੱਕ ਵਾਰੀ ਅਜਿਹੇ ਵਾਇਰਸ ਦੇ ਲਈ ਤਿਆਰ ਰਹਿਣ ਲਈ ਕਿਹਾ ਜੋ ਕੋਵਿਡ ਤੋਂ ਵੀ ਘਾਤਕ ਹੋਏਗਾ। ਦਾ ਇੰਡੀਪੈਂਡੈਂਟ ਦੀ ਰਿਪੋਰਟ ਦੇ ਅਨੁਸਾਰ WHO ਮੁਖੀ ਨੇ ਕਿਹਾ, ਆਉਣ ਵਾਲੇ ਵਾਇਰਸ ਦੇ ਨਾਲ ਘੱਟੋ-ਘੱਟ 20 ਮਿਲੀਅਨ ਲੋਕ ਮਾਰੇ ਜਾਣਗੇ। ਹਾਲ ਵਿੱਚ ਗਲੋਬਲ ਹੈਲਥ ਬਾਡੀ ਨੇ ਘੋਸ਼ਣਾ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਹੁਣ ਸਿਹਤ ਐਮਰਜੈਂਸੀ ਨਹੀਂ ਰਹੀ। WHO ਮੁਖੀ ਨੇ ਜਨੇਵਾ 'ਚ ਆਪਣੀ ਸਾਲਾਨਾ ਸਿਹਤ ਕਾਨਫਰੰਸ ਦੇ ਵਿੱਚ ਕਿਹਾ
ਕਿ ਆਉਣ ਵਾਲੀ ਮਹਾਮਾਰੀ ਨੂੰ ਰੋਕਣ ਦਾ ਸਮਾਂ ਆ ਗਿਆ। ਇਸ ਲਈ ਇਹ ਗੱਲਬਾਤ ਨੂੰ ਅੱਗੇ ਵਧਾਉਣ ਦਾ ਸਮਾਂ ਹੈ। ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਵਿਸ਼ਵ ਸਿਹਤ ਕਾਨਫਰੰਸ ਦੀ ਇੱਕ ਮੀਟਿੰਗ ਦੇ ਵਿੱਚ WHO ਮੁਖੀ ਨੇ ਚੇਤਾਵਨੀ ਦਿੱਤੀ ਕਿ ਕੋਵਿਡ-19 ਮਹਾਮਾਰੀ ਅਜੇ ਖਤਮ ਨਹੀਂ ਹੋਈ। ਡਾਕਟਰ ਟੈਡਰੋਸ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਕਿਸੇ ਹੋਰ ਕਿਸਮ ਦੀ ਬਿਮਾਰੀ ਦਾ ਖਤਰਾ ਹੋ ਸਕਦਾ ਹੈ, ਜਿਸ ਨਾਲ ਮੌਤ ਹੋ ਸਕਦੀ ਹੈ। ਇਹ ਕੋਵਿਡ ਤੋਂ ਵੀ ਘਾਤਕ ਹੋ ਸਕਦਾ ਹੈ ਅਤੇ ਹੋਰ ਵੀ ਘਾਤਕ ਸਾਬਤ ਹੋਏਗਾ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਦੇ ਲਈ ਪਾਬੰਦ ਹੋਏਗਾ। WHO ਨੇ 9 ਪ੍ਰਾਇਮਰੀ ਬਿਮਾਰੀਆਂ ਦੀ ਪਛਾਣ ਕੀਤੀ ਜੋ ਜਨਤਕ ਸਿਹਤ ਦੇ ਲਈ ਸਭ ਤੋਂ ਵੱਡਾ ਖਤਰਾ ਨੇ। ਡੇਲੀ ਮੇਲ ਨੇ ਰਿਪੋਰਟ ਦਿੱਤੀ ਕਿ ਉਹਨਾਂ ਨੂੰ ਇਲਾਜ ਦੀ ਘਾਟ ਜਾਂ ਮਹਾਮਾਰੀ ਪੈਦਾ ਕਰਨ ਦੀ ਸੰਭਾਵਨਾ ਦੇ ਕਾਰਨ ਸਭ ਤੋਂ ਵੱਧ ਜੋਖਮ ਭਰਿਆ ਮੰਨਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਵਿਸ਼ਵ ਕੋਵਿਡ-19 ਮਹਾਮਾਰੀ ਦੇ ਆਉਣ ਦੇ ਲਈ ਤਿਆਰ ਨਹੀਂ ਸੀ, ਜੋ ਇੱਕ ਸਦੀ ਵਿੱਚ ਸਭ ਤੋਂ ਗੰਭੀਰ ਸਿਹਤ ਸੰਕਟ ਵਜੋਂ ਉੱਭਰਿਆ ਹੈ। WHO ਮੁਖੀ ਨੇ ਮੀਟਿੰਗ ਦੇ ਵਿੱਚ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਕੋਵਿਡ-19 ਨੇ ਸਾਡੀ ਦੁਨੀਆ ਨੂੰ ਬਦਲ ਦਿੱਤਾ। ਇਸ ਵਿੱਚ ਲਗਭਗ 70 ਲੱਖ ਲੋਕਾਂ ਦੀ ਮੌਤ ਹੋ ਗਈ ਸੀ, ਪਰ ਅਸੀਂ ਜਾਣਦੇ ਹਾਂ ਕਿ ਅੰਕੜੇ ਇਸ ਤੋਂ ਵੱਧ ਹੋ ਸਕਦੇ ਨੇ, ਜੋ ਲਗਭਗ 20 ਲੱਖ ਹੋਣਗੇ। ਉਹਨਾਂ ਨੇ ਕਿਹਾ ਕਿ ਜੋ ਬਦਲਾਅ ਕੀਤੇ ਜਾਣੇ ਚਾਹੀਦੇ ਨੇ, ਜੇਕਰ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ, ਅਤੇ ਜੇਕਰ ਹੁਣ ਨਹੀਂ ਬਣਾਇਆ ਤਾਂ ਕਦੋਂ ਆਉਣ ਵਾਲੀ ਮਹਾਮਾਰੀ ਨੂੰ ਦਸਤਕ ਦੇ ਰਹੀ ਹੈ ਤੇ ਆਵੇਗੀ ਵੀ। ਸਾਨੂੰ ਨਿਰਣਾਇਕ, ਸਮੂਹਿਕ ਅਤੇ ਬਰਾਬਰ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਚਾਹੀਦਾ। ਵੈਸਟਜੈਟ ਤੇ ਪਾਇਲਟਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਰਮਿਆਨ ਹੋਏ ਸਮਝੌਤੇ ਨਾਲ ਬਜਟ 에ਅਰਲਾਈਨ ਸਬੂਤ ਦਾ ਖਾਤਮਾ ਹੋ ਜਾਏਗਾ। ਕਈ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 에ਅਰਲਾਈਨ ਤੇ 에ਅਰਲਾਈਨ ਪਾਇਲਟਸ ਐਸੋਸੀਏਸ਼ਨ ਦਰਮਿਆਨ ਹੋਏ ਸਮਝੌਤੇ ਦੀ ਇੱਕ ਸ਼ਰਤ ਇਹ ਵੀ ਸੀ ਕਿ ਅਕਤੂਬਰ 2024 ਤੱਕ ਸਬੂਪ ਨੂੰ ਪੂਰੀ ਤਰ੍ਹਾਂ ਵੈਸਟਜੈਟ ਵਿੱਚ ਰਲਾ ਦਿੱਤਾ ਜਾਏਗਾ। ਇੱਕ ਬਿਆਨ ਦੇ ਵਿੱਚ ਵੈਸਟਜੈਟ ਨੇ ਆਖਿਆ ਕਿ ਅਜੇ ਇਸ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਗਈ, ਇਸ ਲਈ ਫਾਈਨਲ ਸ਼ਰਤਾਂ ਬਾਰੇ ਵਿਚਾਰ ਵਟਾਂਦਰਾ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਵੀਕਐਂਡ ਉੱਤੇ ਪੂਰੀ ਤਰ੍ਹਾਂ ਕੰਮਕਾਜ ਠੱਪ ਹੋਣ ਤੋਂ ਬਚਣ ਦੇ ਲਈ ਵੈਸਟਜੈਟ ਨੇ ਇਸ ਡੀਲ ਦਾ ਐਲਾਨ ਕੀਤਾ। 8 ਮਹੀਨੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਸਿਰੇ ਚੜਿਆ। ਕੈਲਗਰੀ ਸਥਿਤ 에ਅਰਲਾਈਨ ਵੈਸਟਜੈਟ ਦੀ ਸਬਸਿਡੀਅਰੀ ਸਬੂਪ 2018 ਤੋਂ ਕੰਮ ਕਰ ਰਹੀ ਹੈ ਅਤੇ ਇਹ 32 ਥਾਵਾਂ ਲਈ ਉਡਾਣ ਭਰਦੀ ਹੈ। ਇਸ ਸਮੇਂ ਸਬੂਪ ਦੇ ਬੈਨਰ ਹੇਠ ਕੰਮ ਕਰਨ ਵਾਲੇ ਪਾਇਲਟਸ ਨੂੰ ਘੱਟ ਤਨਖਾਹ ਮਿਲਦੀ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਪੈਮਬਰੋਕ ਵਿੱਚ ਸਵੇਰੇ ਵਾਪਰੇ ਦੋਹਰੇ ਕਤਲकांड ਦੀ ਜਾਂਚ ਕੀਤੀ ਗਈ। ਇੱਕ ਘਟਨਾਕ੍ਰਮ ਵਿੱਚ ਇੱਕ ਹੋਰ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਿਆ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਉਹਨਾਂ ਨੂੰ ਮੈਕੇ ਸਟਰੀਟ ਉੱਤੇ ਸਥਿਤ ਇੱਕ ਘਰ ਵਿੱਚ ਸੱਦਿਆ ਗਿਆ, ਜਿੱਥੇ ਉਹਨਾਂ ਨੂੰ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹਾਲਤ ਵਿੱਚ ਮਿਲੇ। ਦੋਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੂਜੇ ਦੀ ਖਬਰ ਲਿਖੇ ਜਾਣ ਤੱਕ ਹਾਲਤ ਨਾਜ਼ੁਕ ਬਣੀ ਹੋਈ ਸੀ। ਪੁਲਿਸ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਉੱਤੇ ਇੱਕ ਹੋਰ ਵਿਅਕਤੀ ਮ੍ਰਿਤਕ ਪਿਆ ਮਿਲਿਆ। ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਇਹਨਾਂ ਸਾਰਿਆਂ ਨੂੰ ਸੋਚ ਸਮਝ ਕੇ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਸਥਾਨਕ ਵਾਸੀਆਂ ਨੂੰ ਵੀ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਸ਼ੱਕੀ ਹਾਲਤ ਬਾਰੇ ਰਿਪੋਰਟ ਕਰਨ ਲਈ ਆਖਿਆ। ਲੋਕਾਂ ਨੂੰ ਆਪਣੀ ਸੇਫਟੀ ਦਾ ਧਿਆਨ ਰੱਖਣ ਦੀ ਸਲਾਹ ਵੀ ਪੁਲਿਸ ਵੱਲੋਂ ਦਿੱਤੀ ਗਈ ਹੈ। ਅਜੇ ਜਾਂਚ ਮੁੱਢਲੇ ਪੜਾਅ ਵਿੱਚ ਹੈ ਤੇ ਇਲਾਕੇ 'ਚ ਵੱਡੀ ਮਾਤਰਾ 'ਚ ਪੁਲਿਸ ਮੌਜੂਦ ਹੈ। ਕੈਨੇਡਾ ਦੇ ਕੋਵਿਡ-19 ਵੈਕਸੀਨ ਵੰਡ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਮਿਲਟਰੀ ਅਧਿਕਾਰੀ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਾਮਲੇ ਨੂੰ ਜਾਂਚਕਾਰਾਂ ਵੱਲੋਂ ਕਿਸ ਤਰ੍ਹਾਂ ਹੈਂਡਲ ਕੀਤਾ ਗਿਆ, ਇਸ ਸੰਬੰਧ ਵਿੱਚ ਮਿਲਟਰੀ ਪੁਲਿਸ ਵਾਚਡੌਗ ਵੱਲੋਂ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਦੇ ਵਿੱਚ ਮੇਜਰ ਜਨਰਲ ਡੈਨੀ ਨੂੰ ਕਿਊਬੈਕ ਦੀ ਇੱਕ ਅਦਾਲਤ ਵੱਲੋਂ ਜਿਨਸੀ ਹਮਲੇ ਦੇ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਸੀ। 1988 ਦੇ ਇਸ ਮਾਮਲੇ 'ਚ ਲੱਗੇ ਦੋਸ਼ਾਂ ਦੀ ਜਾਂਚ ਮਿਲਟਰੀ ਪੁਲਿਸ ਵੱਲੋਂ ਕੀਤੀ ਗਈ ਤੇ ਇਹ ਮਾਮਲਾ ਪ੍ਰੋਵਿੰਸ਼ੀਅਲ ਪ੍ਰੋਸੀਕਿਊਟਰਸ ਨੂੰ ਸੌਂਪਿਆ ਗਿਆ। ਫੋਰਟਿਨ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਸ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਗਈ ਤੇ ਉਸ ਨੂੰ ਨਾਕਾਫ ਸਬੂਤਾਂ ਦੇ ਆਧਾਰ ਉੱਤੇ ਚਾਰਜ ਕੀਤਾ ਗਿਆ। ਹੁਣ ਇਸ ਮਾਮਲੇ ਦੀ ਜਾਂਚ ਮਿਲਟਰੀ ਪੁਲਿਸ ਕੰਪਲੇਂਟਸ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ ਤੇ ਇਹ ਵੀ ਆਖਿਆ ਗਿਆ ਹੈ ਕਿ ਉਹ ਇਹ ਪਤਾ ਲਾਉਣਾ ਚਾਹੁੰਦੇ ਨੇ ਕਿ ਮਿਲਟਰੀ ਪੁਲਿਸ ਨੇ ਇਸ ਮਾਮਲੇ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ। ਕਮਿਸ਼ਨ ਵੱਲੋਂ ਇਹ ਵੀ ਆਖਿਆ ਗਿਆ ਕਿ ਫੋਰਟਿਨ ਦੇ ਇਸ ਦਾਅਵੇ ਕਰਨ ਤਾਂ ਇਹ ਮਾਮਲਾ ਸਗੋਂ ਹੀ ਜਨਤਕ ਦਿਲਚਸਪੀ ਵਾਲਾ ਬਣ ਜਾਂਦਾ ਹੈ ਕਿ ਇਸ ਵਿੱਚ ਸੀਨੀਅਰ ਮਿਲਟਰੀ ਅਧਿਕਾਰੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਫੋਰਟਿਨ ਮਈ 2021 ਵਿੱਚ ਫੈਡਰਲ ਸਰਕਾਰ ਦੀ ਕੋਵਿਡ-19 ਵੈਕਸੀਨ ਵੰਡ ਦੀ ਅਗਵਾਈ ਕਰ ਰਹੇ ਸਨ। ਜਦੋਂ ਜਾਂਚ ਪੈਂਡਿੰਗ ਹੋਣ ਦੇ ਚਲਦਿਆਂ ਉਹਨਾਂ ਨੂੰ ਇਸ ਕੰਮ ਤੋਂ ਪਾਸੇ ਕਰ ਦਿੱਤਾ ਗਿਆ। ਫਿਰ ਕਿਊਬੈਕ ਦੇ ਸਿਵਿਲੀਅਨ ਜੱਜ ਨੇ ਇਹ ਆਖਦਿਆਂ ਹੋਇਆਂ ਫੋਰਟਿਨ ਨੂੰ ਇਸ ਮਾਮਲੇ ਤੋਂ ਬਰੀ ਕਰ ਦਿੱਤਾ ਕਿ ਹੋ ਸਕਦਾ ਹੈ ਕਿ ਸ਼ਿਕਾਇਤਕਰਤਾ ਉੱਤੇ ਜਿਨਸੀ ਹਮਲਾ ਹੋਇਆ ਹੋਵੇ, ਪਰ ਕ੍ਰਾਊਨ ਇਹ ਸਿੱਧ ਨਹੀਂ ਕਰ ਸਕਿਆ ਕਿ ਹਮਲਾਵਰ ਫੋਰਟਿਨ ਹੀ ਸੀ। ਇਸ ਫੈਸਲੇ ਮਗਰੋਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੇ ਕਿਸੇ ਵੀ ਤਰ੍ਹਾਂ ਦੇ ਦੁਰਾਚਾਰ ਤੋਂ ਫੋਰਟਿਨ ਦਾ ਨਾਂ ਹਟਾ ਦਿੱਤਾ।
ਬਰੈਂਪਟਨ ਅਤੇ ਮਿਸੀਸਾਗਾ ਵਿਚਾਲੇ ਤਲਾਕ ਲਈ ਸਹਿਮਤੀ ਦੇ ਬਾਵਜੂਦ ਦੋਹਾਂ ਸ਼ਹਿਰਾਂ ਦੇ ਮੇਅਰ ਪੁਲਿਸ ਸੇਵਾ ਨੂੰ ਸਾਂਝੀ ਰੱਖਣਾ ਚਾਹੁੰਦੇ ਨੇ, ਪਰ ਖਰਚਾ ਵੰਡਣ ਦੇ ਮਾਮਲੇ ਤੇ ਰੇੜਕਾ ਜਿਉਂਦਾ ਤਿਉਂ ਕਾਇਮ ਹੈ। ਮਿਸੀਸਾਗਾ ਦੀ ਮੇਅਰ ਬੌਨੀ ਜਿੰਨੀ ਵਰਤੋਂ ਉਹਨਾਂ ਖਰਚਾ ਵਾਲਾ ਨਿਯਮ ਲਾਗੂ ਕਰਨ ਦੇ ਹੱਕ ਵਿੱਚ ਨੇ, ਜਦਕਿ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਮੌਜੂਦਾ ਮੁਲਾਂਕਣ ਆਧਾਰਿਤ ਫਾਰਮੂਲਾ ਅਪਣਾਉਣਾ ਚਾਹੁੰਦੇ ਨੇ। 3300 ਵਰਦੀਧਾਰੀ ਅਤੇ ਸਿਵਲੀਅਨ ਮੈਂਬਰਾਂ ਵਾਲੀ ਪੀਲ ਰੀਜਨਲ ਪੁਲਿਸ ਦਾ ਸੰਚਾਲਨ ਖਰਚਾ $524 ਮਿਲੀਅਨ ਤੋਂ ਵੱਧ ਬਣਦਾ ਹੈ। ਸਿਆਸਤਦਾਨ ਕਦੋਂ ਆਪਣੇ ਦਾਅਵੇ ਤੋਂ ਮੁੱਕਰ ਜਾਣ ਇਸ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਿਲ ਹੀ ਨਹੀਂ, ਤਕਰੀਬਨ ਨਾਮੁਮਕਿਨ ਹੈ। ਜੀ ਹਾਂ, ਮਿਸੀਸਾਗਾ ਦੀ ਮੇਅਰ ਬੌਨੀ ਤੇ ਇਹ ਗੱਲ ਪੂਰੀ ਤਰ੍ਹਾਂ ਢੁਕਵੀਂ ਵੀ ਹੋ ਸਕਦੀ ਹੈ, ਜਿਨੇ 3 ਮਹੀਨੇ ਪਹਿਲਾਂ ਪੁਰਜ਼ੋਰ ਆਵਾਜ਼ ਵਿੱਚ ontario ਦੀ ਲਿਬਰਲ ਲੀਡਰਸ਼ਿਪ ਦੌੜ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਉਸੇ ਲੀਡਰਸ਼ਿਪ ਦੌੜ 'ਚ ਸ਼ਾਮਲ ਹੋਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਦੂਜੇ ਪਾਸੇ ਪੀਸੀ ਪਾਰਟੀ ਵਾਲਿਆਂ ਨੂੰ ਮੁੜ ਹੱਥਾਂ ਪੈਰਾਂ ਦੀ ਪੈ ਗਈ ਹੈ, ਜੋ ਬੌਨੀ ਕਰੌਂਬੀ ਨੂੰ ਖਤਰਾ ਮੰਨਦੇ ਨੇ। ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਐਡਵਾਂਸ VOTING ਸ਼ੁਰੂ ਹੋ ਗਈ। ਕੁੱਲ 87 ਵਿਧਾਨ ਸਭਾ ਹਲਕਿਆਂ 'ਚ 15 ਹਲਕਿਆਂ 'ਚ ਪੰਜਾਬੀਆਂ ਸਣੇ ਭਾਰਤੀ ਮੂਲ ਦੇ 22 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹੋਏ ਨੇ। ਅਲਬਰਟਾ ਨੂੰ ਇਸ ਵਾਰ ਦਸਤਾਰਧਾਰੀ ਪੰਜਾਬੀਆਂ ਸਣੇ ਕਈ ਭਾਰਤੀ ਮੂਲ ਦੇ MPP ਮਿਲ ਸਕਦੇ ਨੇ। ਕੈਲਗਰੀ ਨਾਰਥ ਈਸਟ ਹਲਕੇ ਨੂੰ ਪੰਜਾਬੀ ਵਿਧਾਇਕ ਹੀ ਮਿਲਣ ਜਾ ਰਿਹਾ ਹੈ, ਇਹ ਗੱਲ ਪੱਕੀ ਹੈ। ਇਹਨਾਂ ਨੇ ਅਖਬਾਰ ਦਾ ਇੱਕ ਨਿੱਜੀ ਅਖਬਾਰ ਦਾ ਇਹ ਕਹਿਣਾ ਹੈ। ਅਲਬਰਟਾ ਸੂਬੇ 'ਚ ਕੁੱਲ 14 ਸਿਆਸੀ ਪਾਰਟੀਆਂ ਚੋਣ ਲੜ ਰਹੀਆਂ ਨੇ, ਪਰ ਇਹਨਾਂ ਵਿੱਚੋਂ ਸੂਬੇ ਦੀ UCP ਭਾਵ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ, NDP ਭਾਵ ਨਿਊ ਡੈਮੋਕ੍ਰੈਟਿਕ ਪਾਰਟੀ ਅਤੇ GPA ਭਾਵ ਗ੍ਰੀਨ ਪਾਰਟੀ ਵਿਚਾਲੇ ਫਸਵੀਂ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਅਲਬਰਟਾ ਲਿਬਰਲ ਪਾਰਟੀ ਤਾਂ ਬਹੁਤ ਹੀ ਘੱਟ ਸੀਟਾਂ ਤੇ ਇਹ ਚੋਣ ਲੜ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।